ਕਾਫੀ ਟਰੱਕਰਸ ਆਪਾਂ ਨੂੰ ਉੱਥੇ ਮਿਲੇ, ਕੈਨੇਡਾ ਦੇ ਵੀ ਬਹੁਤ ਸਾਰੇ ਲੋਕ ਆਏ ਸੀ। ਅਕਸਰ ਜਿਹੜੇ ਕੈਨੇਡੀਅਨ ਅਟਾਰਨੀ ਟਿਰਕੈਨਾ ਜੀ ਆਉਂਦੇ ਆ, ਉਹ ਜੀ ਇਹ ਰਾਹ ਪੁੱਛਦੇ ਆ ਵੀ ਅਸੀਂ ਅਮਰੀਕਾ 'ਚ ਕਿੱਦਾਂ ਆ ਸਕਦੇ ਹਾਂ, ਕਿੱਦਾਂ ਪੱਕੇ ਹੋ ਸਕਦੇ ਹਾਂ, ਜਾਂ ਕਿੱਦਾਂ ਇੱਥੇ ਕੰਮ ਕਾਜ ਦੇ ਲਈ ਜਿਹੜਾ ਉਹ ਆਈਏ। ਖਾਸ ਕਰਕੇ ਟਰੱਕਰਸ ਨੇ ਬਹੁਤ ਜ਼ਿਆਦਾ ਇਹ ਜਿਹੜਾ ਸਵਾਲ ਪੁੱਛਿਆ। ਸੋ ਉਹਨਾਂ ਦੇ ਲਈ ਜਾਂ ਹੋਰ ਮੁਲਕਾਂ ਤੋਂ ਆਏ ਜਿਹੜੇ ਸਿਟੀਜ਼ਨਸ ਆ, ਉਹਨਾਂ ਦੇ ਲਈ ਕੀ ਜਿਹੜੇ ਰਾਹ ਹੋ ਸਕਦਾ ਅਮਰੀਕਾ ਦੇ ਵਿੱਚ ਪੈਰ ਰੱਖਣ ਦੇ ਲਈ? ਜੀ, ਸੋ ਸਾਨੂੰ ਨਾ ਜ਼ਿਆਦਾਤਰ ਜਿਹੜੀ ਕਾਲਸ ਆਉਂਦੀਆਂ, ਕੰਸਲਟੇਸ਼ਨ ਜਿਹੜੀ ਬਣਾਉਂਦੇ ਆ, ਪੈਸੇ ਦੇ ਕੇ ਜਿਹੜੀ ਸਲਾਹ ਲੈਂਦੇ ਆ, ਉਹਨਾਂ ਨੂੰ ਆਪਾਂ ਆਹੀ ਹੈ ਕਿ ਫ੍ਰੀ ਇੱਕ ਸਲਾਹ ਹੋ ਜਾਊਗੀ ਸਾਰੀ, ਕਿ ਉਹਨਾਂ ਦਾ ਟਾਈਮ ਬਚ ਜਾਊਗਾ ਕਿੱਦਾਂ ਜਿਹੜੀ। ਤੇ ਉਹ ਵੀ ਕਈ ਸੁਣ ਕੇ ਹੀ ਕਰਦੇ ਕਿ ਮੈਂ ਸੁਣਿਆ ਸੀਗਾ ਇਨਵੈਸਟਮੈਂਟ ਵਾਲਾ ਸ਼ੋਅ ਸੁਣਿਆ ਸੀਗਾ, ਤੇ ਮੇਰੇ ਕੁਛ ਇੱਕ ਕੁਐਸਚਨ ਰਹਿ ਗਏ ਆ। ਸੋ ਕੋਸ਼ਿਸ਼ ਕਰੀਦੀ ਆ ਉਹਦੇ ਵਿੱਚ ਕਿ ਜਿਹੜੀ ਕਾਫੀ ਸਾਰੀ ਸਲਾਹ ਨਾ ਤੁਹਾਨੂੰ ਇੱਕ ਜਿਹੜਾ ਪਾਥਵੇ ਆ, ਸਿੱਧੇ ਹੀ ਇਹਦੇ ਪ੍ਰੋਗਰਾਮ ਰਾਹੀਂ ਜਿਹੜਾ ਲੋਕਾਂ ਨੂੰ ਲੇਆਊਟ ਹੋ ਜਾਂਦਾ, ਕਿ ਉਹਨਾਂ ਨੂੰ ਫਿਰ ਕੰਸਲਟੇਸ਼ਨ ਨਹੀਂ ਆਪਣੇ ਨਾਲ ਬਣਾਉਣੀ ਪੈਣੀ, ਸਿੱਧਾ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕੀ ਆਪਸ਼ਨ ਆ। ਸੋ ਸਾਨੂੰ ਕੈਨੇਡਾ ਦੇ ਜਿਹੜੇ ਸਟੂਡੈਂਟ ਆਏ ਆ, ਉਹ ਬਹੁਤ ਜਿਹੜੇ ਕਾਲਾਂ ਕਰ ਰਹੇ ਆ, ਤੇ ਉਹਨਾਂ ਨੂੰ ਥੋੜੀ ਯਾਰ ਦੋਸਤ ਉਹਨਾਂ ਦੇ ਜਿਹੜੇ ਇੱਥੇ ਆ ਗਲਤ ਸਲਾਹ ਦੇ ਦਿੰਦੇ ਆ ਕਿ ਕੋਈ ਨਹੀਂ ਆ ਜਾ, ਵੇਖੀ ਜਾਊਗੀ, ਹਨਾ। ਤੇ ਏਦਾਂ ਹੀ ਜਿਹੜੇ ਕਈ ਇੰਗਲੈਂਡ ਦੇ ਵਿੱਚ ਸਟੂਡੈਂਟ ਗਏ ਆ, ਸੋ ਜਿਹੜੇ ਇੰਗਲੈਂਡ ਕੈਨੇਡਾ ਵਾਲੇ ਸਟੂਡੈਂਟ ਆ, ਉਹ ਬਹੁਤ ਭੱਜ ਕੇ ਅਮਰੀਕਾ ਆਉਣਾ ਚਾਹੁੰਦੇ ਆ। ਸ਼ਾਇਦ ਉੱਥੇ ਦੀ ਆਰਥਿਕ ਵਿਵਸਥਾ ਜਾਂ ਜੋ ਵੀ ਕਹ ਲਓ ਢਾਂਚਾ ਉੱਥੇ ਦਾ ਇੰਨਾ ਸਟਰੋਂਗ ਨਹੀਂ ਅਮਰੀਕਾ ਜਿੰਨਾ, ਹਨਾ। ਤੇ ਆਪਾਂ ਦੇਖਿਆ ਕਿ ਯੂਰਪ ਦੇ ਵਿੱਚ ਜਿਹੜੇ PR ਬਹੁਤ ਆਏ, ਸਪੇਨ ਵਾਲੇ, ਇਟਲੀ ਵਾਲੇ, ਕਈਆਂ ਦੇ ਅਸਾਈਲਮ ਕੇਸ ਲਾਏ, ਆਪਾਂ ਪਾਸ ਵੀ ਕਰਾਏ, ਹਨਾ। ਯੂਰਪ, ਗ੍ਰੀਸ, ਪੁਰਤਗਾਲ ਵਾਲੇ, ਇਹ ਬਹੁਤ ਜ਼ਿਆਦਾ ਲੋਕ ਜਿਹੜੇ ਆਏ ਆ, ਤੇ ਇਹਨਾਂ ਨੂੰ ਸ਼ਾਇਦ ਏਦਾਂ ਇੰਪ੍ਰੈਸ਼ਨ ਆ ਕਿ ਅਮਰੀਕਾ 'ਚ ਪੈਸੇ ਜ਼ਿਆਦਾ ਵਾ, ਤੇ ਆਪਣਾ ਜਿਹੜਾ ਉੱਥੇ ਚੱਲਿਆ ਚਲਾਇਆ ਕੰਮ ਜਿਹੜਾ ਛੱਡ ਕੇ ਲੋਕੀ ਜਿਹੜੇ ਉਰੇ ਆਏ ਆ। ਤੇ ਹੁਣ ਇਹਨਾਂ ਵਾਸਤੇ ਇਹ ਜਿਹੜਾ ਪ੍ਰੋਗਰਾਮ ਆ ਅੱਜ ਦਾ, ਇਹਨਾਂ ਦੇ ਵਾਸਤੇ ਆ। ਤੇ ਇਹਨਾਂ ਦੇ ਵਿੱਚ ਇਹਦੇ ਵਿੱਚ ਹੋ ਸਕਦਾ ਕਿ ਇਹ ਪ੍ਰੋਗਰਾਮ ਸੁਣ ਕੇ ਕਈ ਫਾਇਦਾ ਲੈ ਸਕਣ, ਕਈ ਨਾ ਲੈ ਸਕਣ, ਹਨਾ। ਸਾਨੂੰ ਉਹ ਗੱਲ ਦੀ ਸਮਝ ਆ ਕਿ ਹਰੇਕ ਬੰਦੇ ਦੀ ਆਪਣੀ ਆਪਣੀ ਫਾਈਨੈਂਸ਼ੀਅਲ ਕੈਪੈਸਿਟੀ ਆ, ਆਪਣੀ ਆਪਣੀ ਸਥਿਤੀ ਆ, ਪਰਸਨਲ ਹਾਲਾਤ ਆ, ਫੈਮਿਲੀ ਸਿਚੁਏਸ਼ਨ ਆ, ਹਨਾ। ਤੇ ਉਹ ਸਾਨੂੰ ਕਈ ਵਾਰੀ ਕਹਿੰਦੇ ਕਿ ਬੁਰਾ ਨਾ ਮੰਨਿਓ ਭਾਜੀ, ਨੋ ਆਫੈਂਸ, ਏਦਾਂ ਮੈਂ ਤਾਂ ਆਪਣੇ ਕੁਐਸਚਨ ਪੁੱਛਣੇ ਸੀ। ਤੇ ਕੋਈ ਵੀ ਸਵਾਲ ਸਾਨੂੰ ਕੋਈ ਬੁਰਾ ਚੰਗਾ ਨਹੀਂ ਹੈਗਾ, ਕਿ ਜਿਹਦੀ ਆਪਣੀ ਸਥਿਤੀ ਆ, ਕੋਈ ਉੱਤੇ ਕਮੈਂਟ ਨਹੀਂ ਹੈਗਾ। ਪਰ ਇਹ ਆ ਕਿ ਜਦੋਂ ਆਪਾਂ ਕਹਿੰਦੇ ਆ ਕਿ ਜੇ ਲੀਗਲ ਤਰੀਕਾ ਅਵੇਲੇਬਲ ਹੈਗਾ, ਸਾਡਾ ਕਹਿਣ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਅਟਰਨੀ ਆ ਉਹ ਅਸਾਈਲਮ ਲਾਊਗਾ, ਉਹ ਤਾਂ ਕਿਹੜਾ ਅਟਰਨੀ ਹੋਊਗਾ ਤੁਹਾਨੂੰ ਕਹੂਗਾ ਕਿ ਨਾ ਉਹ ਇੱਥੇ ਅਸਾਈਲਮ ਨਾ ਲਾਓ, ਕਿਉਂਕਿ ਤੂੰ ਆ ਲਾ, ਜਾਂ ਆ ਕੇ ਜਿਹਦਾ ਨਹੀਂ ਵੀ ਆ, ਲੋਕੀ ਸਲਾਹ ਦੋਗੇ ਕਿ ਤੂੰ ਫਸ, ਪ੍ਰੋਬਲਮ 'ਚ ਫਸ, ਜਿੰਨਾ ਪ੍ਰੋਬਲਮ 'ਚ ਫਸੂਗਾ ਉਨਾ ਹੀ ਜ਼ਿਆਦਾ ਵਕੀਲਾਂ ਦਾ ਫਾਇਦਾ ਹੋਊਗਾ, ਰਾਈਟ। ਠੀਕ ਹੈ। ਸੋ ਏਦਾਂ ਕਿ ਜਿਹੜਾ ਬੰਦਾ PR ਆ ਨਾ, ਉਹ ਜੇ E2 ਕੰਟਰੀ ਦਾ ਹੈਗਾ, ਉਹ ਤੁਹਾਨੂੰ ਪਤਾ ਲੱਗਣਾ ਉੱਥੋਂ ਗੂਗਲ ਤੋਂ ਚੈੱਕ ਕਰਕੇ ਕਿ E2 ਕੰਟਰੀ ਦਾ ਰੈਜ਼ੀਡੈਂਟ ਕੌਣ ਆ। ਇਹਦੇ ਵਿੱਚ ਸਪੇਨ, ਇਟਲੀ, ਕੈਨੇਡਾ, ਜਿਹੜੇ UK, ਆਸਟ੍ਰੇਲੀਆ, ਕਈ ਸਾਰੀਆਂ ਕੰਟਰੀਆਂ ਦੇ ਵਿੱਚ ਆ ਜਾਂਦੀਆਂ, ਹਨਾ। ਈਵਨ ਛੋਟੇ ਮੁਲਕ ਵੀ ਕਈ ਸਾਰੇ ਆ ਜਾਂਦੇ ਆ। ਸੋ ਜਿਹੜਾ PR ਆਲਰੇਡੀ ਹੈਗਾ ਨਾ, ਤੁਸੀਂ ਆਪਣੀ ਸਿਟੀਜ਼ਨ ਲੈ ਕੇ ਹੀ ਇੱਧਰ ਆਉਣਾ, ਤੇ ਇਨਵੈਸਟਮੈਂਟ ਦੇ ਥਰੂ ਹੀ ਆਉਣਾ। ਉਹਦਾ ਇਹ ਰੀਜ਼ਨ ਆ ਕਿ ਇੱਕ ਤਾਂ ਤੁਸੀਂ ਉੱਥੇ ਪੱਕੇ ਹੋ ਜਾਓਗੇ, ਠੀਕ ਹੈ। ਤੇ ਉਹ ਏਦਾਂ ਕਿ ਇੱਕ ਤੁਹਾਡਾ ਇੱਕ ਫਿਰ ਵੀ ਉਹ ਕਹਿੰਦੇ ਘੁੰਮਦੇ ਦੇਸ਼ ਆ ਅਮਰੀਕਾ ਵੀ। ਹੁਣ ਜ਼ਰੂਰੀ ਨਹੀਂ ਕਿ ਇਹਨੇ ਹਮੇਸ਼ਾ ਏਦਾਂ ਹੀ ਰਹਿਣਾ, ਕਿ ਹਮੇਸ਼ਾ ਹੀ ਟਰੱਕਿੰਗ ਦੀ ਜਾਂ ਵਕੀਲਾਂ ਦੀ ਹਰੇਕ ਦੀ ਬੱਲੇ ਬੱਲੇ ਹੋਣੀ ਆ। ਹਰੇਕ ਪ੍ਰੋਫੈਸ਼ਨ ਆ ਜਿਹੜਾ, ਉਹਦਾ ਇੱਕ ਪੀਕ ਹੁੰਦਾ ਵਾ, ਪ੍ਰਾਈਮ ਆਉਂਦਾ, ਉਹਦੇ ਵਿੱਚ ਲੋਕੀ ਪੈਸੇ ਬਣਾਉਂਦੇ ਆ, ਫਿਰ ਉਹਦੇ ਵਿੱਚ ਹੱਲੀ ਵੀ ਆਉਂਦੀ ਹੈ, ਹਨਾ। ਕਿਉਂਕਿ ਕੋਈ ਵੀ ਕਿੱਤਾ, ਹੁਣ ਜਿੱਦਾਂ ਉਹ ਕਹਿੰਦਾ ਕਿ ਜਦੋਂ ਲੋਕਾਂ ਨੂੰ ਪਤਾ, ਹੁਣ ਏਦਾਂ ਕਿ ਜਿੱਦਾਂ ਸਾਰੇ ਜਣੇ ਟਰੱਕਿੰਗ ਵੱਲ ਜਾਣ ਲੱਗ ਪਏ, ਜੀ ਮੰਨ ਲਓ ਕਿ ਹਰੇਕ ਬੰਦੇ ਦਾ ਸੁਪਨਾ ਹੀ ਇਹੀ ਹੈ, ਇੰਨੇ ਮਿਲੀਅਨਸ ਦੇ ਵਿੱਚ ਆ ਗਏ, ਹਨਾ। ਉੱਤੋਂ ਦੀ ਇੰਡਸਟਰੀ ਇਕੱਲੇ ਪੰਜਾਬੀ ਨਹੀਂ, ਹੁਣ ਹੋਰ ਸਟੇਟਸ ਵਾਲੇ ਵੀ ਸਾਰੇ ਜੇ ਆ ਗਏ ਆ। ਸੋ ਜੇ ਕੋਵਿਡ ਦੀਆਂ ਗੱਲਾਂ ਸੁਣ ਕੇ ਆਉਂਦੇ ਆ ਕਿ ਕੋਵਿਡ 'ਚ ਅਮਰੀਕਾ ਤੋਂ ਬੰਦੇ ਨੇ ਇੰਨੇ ਪੈਸੇ ਬਣਾਏ ਆ, ਉਹ ਹਮੇਸ਼ਾ ਟਰੂ ਨਹੀਂ ਹੈਗਾ, ਉਦੋਂ ਉਹਨੇ ਪੈਸੇ ਬਣਾਏ ਆ। ਤੇ ਉਹ ਜਿਹੜੇ ਆਉਣ ਵਾਲੇ ਹੌਲੀ ਹੌਲੀ ਕੀ ਹੈ ਕਿ ਜਿੱਦਾਂ ਜਿੱਦਾਂ ਕੰਪੀਟੀਸ਼ਨ ਵੱਧਦਾ ਕਿਸੇ ਵੀ ਇੰਡਸਟਰੀ ਦੇ ਵਿੱਚ, ਉਦਾਂ ਉਹਦੀ ਡਿਲੂਸ਼ਨ ਹੋਣੀ ਜਿਹੜੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਤਾਂ ਇਹ ਹੈ ਕਿ ਇੱਕ ਲੋਕ ਆ ਬਹੁਤ ਗਏ ਆ, ਸਿਰਫ ਤੁਸੀਂ ਆਰਥਿਕ ਸਥਿਤੀ ਕਰਕੇ ਨਹੀਂ ਇੱਥੇ ਆਉਣਾ, ਇਹ ਆਪਣੇ ਪੇਪਰ ਨਹੀਂ ਖਰਾਬ ਕਰਨੇ। ਹੁਣ ਅੱਜ ਦੀ ਡੇਟ ਦੇ ਵਿੱਚ ਇਟਲੀ ਵਗੈਰਾ ਸਾਰੇ ਫਰਮ ਰੀਸੈਟਲਮੈਂਟ ਬਾਰ ਆਪਾਂ ਸਾਰੇ ਜਿਹੜੇ ਮੁੱਦੇ ਆ ਸਾਂਭ ਲਏ ਆ, ਪਰ ਇਹਦੇ ਵਿੱਚ ਹੁਣ ਗਵਰਨਮੈਂਟ ਵੀ ਜਿਹੜੀ ਨਾਲ ਨਾਲ ਟ੍ਰੇਨ ਹੋ ਰਹੀ ਹੈ, ਉਹ ਵੀ ਦੇਖ ਰਹੀ ਕਿ ਇੰਨੇ ਲੋਕੀ ਆ ਰਹੇ ਹਨ, ਤੇ ਗਵਰਨਮੈਂਟ ਆਪਣੇ ਸ਼ਿਕੰਜੇ ਜਿਹੜੇ ਕੱਸਣੇ ਸ਼ੁਰੂ ਕਰਤੇ ਆ। ਆਪਣੇ ਕਈ ਕੇਸ 2-2 4-4 ਹੀਅਰਿੰਗਾਂ ਜਿਹੜੀਆਂ ਆਮ ਪੈ ਰਹੀਆਂ। ਠੀਕ ਹੈ। ਕੋਈ ਗਰੰਟੀ ਨਹੀਂ ਹੁੰਦੀ ਜਦੋਂ ਤੁਸੀਂ ਕਿਸੇ ਕੰਟਰੀ ਦੇ ਪਰਮਾਨੈਂਟ ਰੈਜ਼ੀਡੈਂਟ ਹੁੰਦੇ ਨਾ, ਉਹ ਅਸਾਈਲਮ ਦੀ ਕੋਈ ਉਹਦੀ ਗਰੰਟੀ ਨਹੀਂ ਹੈਗੀ ਕਿ ਉਹ ਪਾਸ ਹੋ ਸਕਦਾ। ਠੀਕ ਫਿਰ ਹੈ। ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਆ
ਥਰਡ ਕੰਟਰੀ ਟ੍ਰਾਂਜ਼ਿਟ ਬੈਨ, ਕਿ ਜਿੱਦਾਂ ਕੋਸ਼ਿਸ਼ ਕਰਦੇ ਆ ਉਹਨਾਂ ਨੇ ਕੀਤੀ ਆ ਕਿ ਜਿਹੜਾ ਤੀਜੀ ਕੰਟਰੀ ਚੋਂ ਆਇਆ ਉਹ ਅਸਾਈਲਮ ਜਿਹੜਾ ਕਰਕੇ ਆਵੇ, ਉੱਥੇ ਜਿਹੜਾ ਪਹਿਲਾਂ ਉੱਥੇ ਅਪਲਾਈ ਕਰੇ ਫਿਰ ਦੇਖਿਆ ਜਾਵੇ ਇੱਥੇ, ਫਿਰ ਦੇਖਿਆ ਜਾਵੇ। ਤੇ ਉਹ ਜਿਹੜੀ ਹੁਣ ਤੁਸੀਂ ਇਟਲੀ ਤੋਂ ਜਾਂ ਉੱਥੋਂ ਕਿਤੋਂ ਆਉਂਦੇ ਹੋ ਤਾਂ ਅਸਾਈਲਮ ਜਿਹੜਾ ਹੈਗਾ ਉੱਥੇ ਤੁਸੀਂ ਫਾਈਲ ਨਹੀਂ ਕੀਤਾ ਜੇ, ਜਾਂ ਕਿਸੇ ਕੰਟਰੀ ਚ ਆਉਂਦੇ ਹੋ ਕਹਿੰਦੇ ਉੱਥੇ ਕਿਉਂ ਨਹੀਂ ਫਾਈਲ ਕਰਕੇ ਆਇਆ ਤੂੰ ਪਹਿਲਾਂ, ਉਹ ਚੀਜ਼ ਦਾ ਚੱਕਰ ਪਾ ਰਹੇ ਆ। ਜਿਹੜਾ ਬੰਦਾ ਕੈਨੇਡਾ ਚੋਂ ਆ ਰਿਹਾ, ਸਪੈਸ਼ਲੀ ਕੈਨੇਡਾ ਦੇ ਨਾਲ ਇਹਨਾਂ ਦੀ ਟ੍ਰੀਟੀ ਆਲਰੇਡੀ ਪੱਕੀ ਆ, ਉਹ ਤਾਂ ਕਿ ਮਾਰਚ 2023 ਤੋਂ ਬਾਅਦ ਜਿਹੜੇ ਲੋਕੀ ਆ ਰਹੇ ਆ, ਤੇ ਉਹ ਜਿਹੜੇ ਲੋਕੀ ਆ ਉਹ ਕੈਨੇਡਾ ਦੇ ਵਿੱਚ ਅਸਾਈਲਮ ਪਾਸ ਹੋ ਕੇ ਫੇਲ ਹੋਇਆ ਉਹਨਾਂ ਦਾ ਜ਼ਰੂਰੀ ਆ, ਹਨਾ। ਹਾਂ, ਟ੍ਰਾਂਜ਼ਿਟ ਬੈਨ ਜਿਹੜਾ ਆਪਾਂ ਗੱਲ ਕੀਤੀ ਆ, ਜਿਹੜਾ ਹੈਗਾ ਹਨਾ, ਸੇਮ ਚੀਜ਼ ਉਹ ਮੈਕਸੀਕੋ ਕਰ ਰਿਹਾ। ਸੋ ਪਹਿਲਾਂ ਤਾਂ ਇਹ ਹੈ ਕਿ ਐਡੇ ਐਡੇ ਲੰਮੇ ਸਮੇਂ ਲਈ 10-10 15-15 ਸਾਲ ਬੰਦਾ ਸਿਸਟਮ 'ਚ ਫਸ ਜਾਂਦਾ। ਸੋ ਇਹ ਜਿਹੜੇ ਕਾਨੂੰਨ ਆ ਇਹ ਤੁਹਾਡੇ ਹੱਥੋਂ ਬਾਹਰ। ਦੂਸਰੀ ਗੱਲ ਜਿਹੜੀ ਮੇਨ ਆ ਉਹ ਆਪਾਂ ਨੂੰ ਆਲਮੋਸਟ ਨਾਨ ਸਟਾਪ ਹੀ ਆਪਾਂ ਜਿਹੜੀ ਡਿਸਕਸ ਕਰ ਰਹੇ ਹਾਂ ਕਿ ਕੇਸ ਜਿਹੜੇ ਸੇਮ ਹੈ ਹਨਾ। ਮੈਂ ਕਹਿ ਤਾਂ ਦਿੰਦਾ ਇੱਥੇ ਆ ਕੇ, ਮੇਰੇ ਖੁਦ ਦੇ ਜਿਹੜੇ ਕੇਸ ਜਦੋਂ ਜਾਂਦੇ ਨਾ, ਬੰਦਾ ਦੱਸਦਾ, ਆਪਣੇ ਮੂੰਹੋਂ ਵੀ ਬੋਲਦਾ, ਉਹੀ 2 ਹਮਲੇ ਰਾਹਗੀਰਾਂ ਨੇ ਬਚਾ ਲਿਆ ਤੇ ਲੋਕੇ ਰਹਿ ਗਿਆ ਤੇ ਬਾਹਰ ਆ ਗਿਆ, ਤੇ ਉੱਥੇ ਦਾ ਪ੍ਰੂਫ ਕੋਈ ਹੈ ਨਹੀਂ, ਤੇ ਇੱਥੇ ਗਤੀਵਿਧੀਆਂ ਹੈਗੀਆਂ। ਤੇ ਕਈ ਲੋਕਾਂ ਦਾ ਉਹਨਾਂ ਦਾ ਏਦਾਂ ਕਿ ਉਹਨਾਂ ਨੇ ਇੱਥੇ ਵੀ ਗਤੀਵਿਧੀ ਕੋਈ ਨਹੀਂ ਕੀਤੀ। ਏਦਾਂ ਦੇ ਵੀ ਕੇਸ ਆ ਜਾਂਦੇ ਆ ਸਾਹਮਣੇ ਆ ਕੇ ਕਿ ਕੀਤਾ ਨਹੀਂ ਜੀ, ਹੁਣ ਦੱਸੋ ਕੁਛ। ਮੈਂ ਕਿਹਾ ਯਾਰ ਹੁਣ ਮੈਂ ਕੀ ਦੱਸਣਾ, ਜਦੋਂ ਸਾਰਾ ਅਮਰੀਕਾ ਪਹੁੰਚਿਆ ਹੋਇਆ ਸੀਗਾ, ਜਵਾਨ ਸਾਰੇ ਪਹੁੰਚੇ ਸੀਗੇ ਕਿਸਾਨਾਂ ਦਾ ਪ੍ਰਦਰਸ਼ਨ ਕਰਨ, ਉਦੋਂ ਕਿੱਥੇ ਸੀਗਾ ਤੂੰ, ਰਾਈਟ? ਨਹੀਂ ਜੀ ਦੱਸੋ, ਏਦਾਂ ਨਾ ਕਹੋ, ਏਦਾਂ ਨਾ ਕਹੋ। ਮੈਂ ਹੁਣ ਇਹਦੇ ਚ ਏਦਾਂ ਦੀ ਕਹਿੰਦੀ ਹੈ ਤਾਂ ਹੁਣ ਜਿਹੜੇ ਸਬੂਤ ਆ ਉਹ ਬੋਲਦੇ ਆ ਅਦਾਲਤ ਦੇ ਵਿੱਚ, ਇਹਦੇ ਵਿੱਚ ਤਾਂ ਵਕੀਲ ਨੇ ਆਪਣਾ ਪੇਸ਼ਕਸ਼ ਕਰਨੀ ਹੈ ਹਨਾ। ਬੜਾ ਜਿਹੜੇ ਲੋਕਾਂ ਨੇ ਪਾਰਟਿਸਿਪੇਸ਼ਨ ਵੀ ਕੀਤੀ ਆ ਉਹਦੇ ਵਿੱਚ ਵੀ ਆ ਗਏ, ਜੱਜ ਆ ਗਏ 2 ਤਰ੍ਹਾਂ ਦੇ, ਕਈ ਹੈਗੇ ਆ ਰੀਜ਼ਨੇਬਲ ਤੇ ਕਈ ਹੈਗੇ ਆ ਇਮੀਡੀਏਟ, ਜਿਹੜੇ ਕਿ ਮੈਂ ਪਾਸ, ਜੇ ਮੇਰਾ ਬਸ ਚੱਲੇ ਤੇ ਮੈਂ ਪਾਸ ਨਾ ਕਰਾਂ, ਮੈਨੂੰ ਸਿਸਟਮ ਦੇ ਹਿਸਾਬ ਨਾਲ ਪਾਸ ਕਰਨਾ ਪੈ ਰਿਹਾ। ਹਾਂ, ਕਈ ਹੈਗੇ ਉਹ ਕਹਿੰਦੇ ਜੋ ਮਰਜ਼ੀ ਆ, ਜੋ ਮਰਜ਼ੀ ਕਰਨਾ ਕਰ ਲਓ, ਆਪਾਂ ਨਹੀਂ ਪਾਸ ਕਰਨਾ। ਠੀਕ ਆ, ਹਰ ਤਰ੍ਹਾਂ ਦਾ ਜੱਜ ਆਪਾਂ ਨੂੰ ਮਿਲ ਜਾਂਦਾ ਆ। ਬਿਲਕੁਲ, ਹਾਂਜੀ। ਸੋ ਇਹ ਤੋਂ ਇਲਾਵਾ ਕਈ ਵਾਰੀ ਬੰਦਾ ਜਿਹੜਾ ਹੁੰਦਾ ਉਹ ਸਾਰੀ ਉਹਨੇ ਤਿਆਰੀ ਕੀਤੀ ਹੁੰਦੀ ਆ, ਉਹਨੂੰ ਛੋਟੇ-ਛੋਟੇ ਸਵਾਲਾਂ ਦੇ ਵਿੱਚ ਜਿਹੜਾ ਉਲਝਾ ਲਿਆ ਜਾਂਦਾ। ਕਿ ਬਿਲਕੁਲ। ਸੋ ਤੇਰੀ ਡਾਕਟਰ ਦੀ ਲੈਟਰ ਤੇ ਤਰੀਕ ਕਿੰਨੀ ਪਈ ਆ, ਉਹਨੇ ਇਹੀ ਨਹੀਂ ਪੜਿਆ ਡਾਕਟਰ ਦੀ ਲੈਟਰ ਤੇ ਤਰੀਕ ਕਿੰਨੀ ਪਈ ਆ। ਹੁਣ ਉਹ ਬੰਦਾ ਪੈ ਗਿਆ ਸੋਚੀ ਕਿ ਇਹ ਲੈਟਰ ਤੇ ਤਰੀਕ ਕੀ ਪਈ ਆ, ਇਹ 2018 ਦੀ ਪਈ ਆ ਕਿ 2023 ਚ ਆਈ ਹੈ। ਉਹ ਕਹਿੰਦਾ ਉਹਨੇ ਉਹਨੂੰ ਪੁੱਛਿਆ ਕਿ ਤੂੰ ਇਹ ਲੈਟਰ ਦੱਸ, ਤੇਰੇ ਕੋਲ ਕਦੋਂ ਆਈ ਸੀਗੀ? ਮੈਂ ਤੁਹਾਨੂੰ ਦੱਸਦਾ ਕਿ ਸਾਰਾ ਕੇਸ ਹੀ ਹੋ ਗਿਆ। ਬੰਦਾ ਨਾ ਹੁਣ ਉਹਦੇ ਵਿੱਚ ਹੀ ਪੈ ਗਿਆ ਕਿ ਯਾਰ ਇਹ ਲੈਟਰ ਮੇਰੇ ਕੋਲ ਆਈ ਕਿੱਦਾਂ ਸੀਗੀ, ਕਿਹਨੇ ਭੇਜੀ ਤੈਨੂੰ, ਕਦੋਂ ਭੇਜੀ, ਕਦੋਂ ਤੇਰੇ ਕੋਲ ਮਿਲੀ, ਇੱਥੇ ਰੱਖੀ ਹੈ। ਉਹ ਪਤਾ ਤਾਂ ਹੋਵੇ ਜੇ ਉਹਨੇ ਲੈਟਰ ਆਪਣੀ ਪੜ੍ਹੀ ਹੋਵੇ। ਏਦਾਂ ਛੋਟੇ-ਛੋਟੇ ਜਿਹੜੇ ਮਸਲੇ ਆ ਉਹਦੇ ਵਿੱਚ ਉਹ ਉਲਝਾ ਲੈਂਦੇ ਆ ਹਨਾ। ਸੋ ਇਹਦਾ ਹੁਣ ਮਤਲਬ ਇਹ ਹੈ ਕਿ ਜਿਹੜਾ ਅਸਾਈਲਮ ਉਹ ਪ੍ਰੋਸੈਸ ਹੈਗਾ ਅਨਸਰਟਨ, ਕਿਸੇ ਦੇ ਵੱਲ ਵੇਖੋ ਨਹੀਂ ਕਰਨੀ ਕਿ ਮੇਰੇ ਸੱਜਣ ਮਿੱਤਰ ਦਾ ਪਾਸ ਹੋ ਗਿਆ ਸੀ। ਤੇ ਕਈ ਵਾਰੀ ਸਾਡੇ ਖੁਦ ਦੇ ਕਲਾਇੰਟ ਹੁੰਦੇ ਉਹਨੂੰ ਕਹਿੰਦੇ ਕਿ ਆ ਕੋਈ ਨਹੀਂ ਟੈਨਸ਼ਨ ਨਾ ਲੈ, ਕੋਰਟ ਚ ਕੁਝ ਨਹੀਂ ਹੁੰਦਾ, ਮਾੜਾ ਜਿਹਾ ਉਹਨਾਂ ਨੇ ਪੁੱਛਣਾ, ਮੇਰੇ ਤੋਂ ਵੀ ਕੁਝ ਨਹੀਂ ਪੁੱਛਿਆ ਸੀ, ਤੇਰੇ ਕੋਲ ਵੀ ਕੁਝ ਨਹੀਂ ਪੁੱਛਣਾ। ਇਦਾਂ ਦੀ ਸੋਚ ਵਾਲੇ ਬੜੇ ਲੋਕੀ ਆਉਂਦੇ ਆ। ਹਾਂਜੀ ਭਾਜੀ, ਬ੍ਰੇਕ ਜਦੋਂ ਹੁੰਦੀ ਨਾ, ਪਤਾ ਨਹੀਂ ਕਿੰਨੇ ਕੁ ਬੰਦਿਆਂ ਨੇ ਕਿਹਾ ਭਾਜੀ ਯਾਰ ਇਹਦਾ ਕੁਐਸਚਨ ਬੜੇ ਪੁੱਛਦੀ ਸਰਕਾਰੀ ਵਕੀਲ, ਇਹਦਾ ਧੂਆ ਕੱਢਤਾ। ਉਹ ਬੈਟਰੀ ਨਾ ਜਿੱਦਾਂ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਬੰਦੇ ਦੀ ਵਿਜ਼ਿਬਲੀ, ਮਤਲਬ ਬੰਦੇ ਕੋ ਬਾਹਰ ਭਾਵੇਂ ਜੋ ਮਰਜ਼ੀ ਹੈ ਸੜਕ ਦੇ ਉੱਤੇ, ਬੰਦੇ ਦਾ ਬਹਿਣਾ ਔਖਾ ਹੋ ਜਾਂਦਾ ਉੱਥੇ ਕੁਰਸੀ ਦੇ ਉੱਤੇ, ਬਵਾਂ ਕਿਦਾਂ, ਆਵਾਜ਼ 'ਚ ਪ੍ਰੋਬਲਮ ਹੋ ਜਾਂਦੀ। ਪਾਣੀ, ਜੱਜ ਕਹਿੰਦਾ ਪਾਣੀ ਪੀ ਹਨਾ। ਤੇ ਬੰਦੇ ਦੇ ਕਈ ਕੰਬਣ ਦੇ ਹੁੰਦੇ, ਲੱਤਾਂ ਕੰਬਣ ਦੀਆਂ ਹੁੰਦੀਆਂ ਕਿ ਸਵਾਲ ਯਾਰ ਹੁਣ ਘਬਰਾਹਟ ਹੋ ਜਾਂਦੀ ਹੈ ਨਾ ਇੱਕਦਮ ਹੀ ਉੱਥੇ। ਉਹ ਨਹੀਂ ਫਿਰ ਉੱਥੇ ਨਹੀਂ ਫਿਰ ਰੱਬ ਚੇਤੇ ਆਉਂਦਾ ਹੈਗਾ, ਉਹ ਵਾਲਾ ਹਿਸਾਬ ਹੋ ਜਾਂਦਾ ਬੰਦੇ ਦਾ। ਤੇ ਕਹਿਣ ਦਾ ਮਤਲਬ ਆ ਕਿ ਆਪਣਾ ਦੇਖੋ, ਤੁਸੀਂ ਜੇ ਤੁਸੀਂ PR ਹੈਗੇ ਆ ਯੂਰਪੀਅਨ ਕੰਟਰੀ ਦੇ, ਸਿਟੀਜ਼ਨ ਬਣੋ। ਉਹ ਬਹੁਤ ਵੈਲਿਊ ਆ ਉਸ ਚੀਜ਼ ਦੀ ਹਨਾ। ਭਾਵੇਂ ਜੋ ਮਰਜ਼ੀ ਅਮਰੀਕਾ ਦੇਸ਼ ਹੀ ਹੈ, ਇਹਦਾ ਕੋਈ ਭਰੋਸਾ ਨਹੀਂ, ਇਹਦਾ 15-20 ਸਾਲਾਂ ਚ ਇਹਨੇ ਕਿੱਥੇ ਜਾਣਾ। ਸਿਟੀਜ਼ਨ ਲੈ ਕੇ E2 ਵੀਜ਼ੇ ਰਾਹੀਂ ਆਣਾ ਵਾ। E2 ਵੀਜ਼ੇ ਦੀ ਜਿਹੜੀ ਹੈਗੀ ਆ, ਜਿਹੜੀ ਅੱਜ ਆਪਾਂ ਟੌਪਿਕ ਡਿਸਕਸ ਕਰਨਾ, ਉਹਦੇ ਕਿੰਨੇ ਪੈਸੇ ਲੱਗਦੇ ਕੀ, ਉਹ ਆਪਾਂ ਸਾਰਾ ਤੁਹਾਨੂੰ ਦੱਸ ਦੇਣਾ। ਜੇ ਤੁਹਾਡੇ ਕੋਲ ਨਹੀਂ ਪੈਸੇ ਹੈਗੇ, ਤੁਸੀਂ ਸੱਜਣ ਮਿੱਤਰਾਂ ਕੋਲ ਫੜੋ, ਲੋਨ ਲਓ, ਉਧਾਰੇ ਫੜੋ, ਜਿੱਦਾਂ ਵੀ ਆ, ਪ੍ਰੋਮਿਸਰੀ ਨੋਟ, ਜ਼ਮੀਨ ਵੇਚੋ, ਜੋ ਵੀ ਤੁਹਾਡਾ ਬਸ ਚੱਲਦਾ, ਪੈਸੇ ਲਾ ਕੇ ਉਰੇ ਆਣਾ। ਤੇ ਅਮਰੀਕਾ ਦੀ ਇੱਕ ਹਿਸਾਬ ਕਿਤਾਬ ਆ, ਜੇ ਤੁਸੀਂ ਇੱਥੇ $2 ਲੱਖ ਵਾਲਾ ਬਿਜ਼ਨਸ ਖੋਲਦੇ ਆ, ਉਹਨੇ ਤੁਹਾਨੂੰ 2 ਲੱਖ ਵਾਲੀ ਕਮਾਈ ਦੇਣੀ ਆ। ਜੇ ਤੁਸੀਂ 5 ਲੱਖ ਵਾਲਾ ਬਿਜ਼ਨਸ ਖੋਲਦੇ ਆ, ਉਹਨੇ ਫਿਰ ਤੁਹਾਨੂੰ ਕਮਾਈ ਵੀ 5 ਲੱਖ ਦੀ ਦੇਣੀ ਹੈ। ਠੀਕ ਹੈ, ਉਸ ਹਿਸਾਬ ਨਾਲ ਹੀ ਚੱਲਣਾ। ਤੇ ਉਹ ਜਿਹੜਾ ਬਿਜ਼ਨਸ ਕਰਨ ਆਓ ਆਪਣੀ, ਤੇ ਜਿਹੜੇ ਕੈਨੇਡਾ ਵਾਲੇ ਆ ਸੇਮ ਥਿੰਗ, ਜਿਹੜੇ ਸਟੂਡੈਂਟ ਆ
ਉਹ ਹੁਣ ਕਿਉਂਕਿ ਤੁਹਾਡੀ ਜਿਹੜੀ ਟ੍ਰੀਟੀ ਉਹ ਬੋਲਦੀ ਹੈ ਕੈਂਸਲ ਨਹੀਂ ਉਹਨੇ ਕਰਨੀ। ਹੂੰ। ਦੇਖੋ ਖੁਦ ਕੈਨੇਡਾ ਦੇ ਕੇਸ ਬੜੇ ਆਏ ਸੀ, ਬੜੇ ਲੋਕੀ ਆਪਾਂ ਪੱਕੇ ਵੀ ਕਰਾਏ ਆ, ਪਰ ਮਾਰਚ ਤੋਂ ਬਾਅਦ ਜਿਹੜੀ ਹੈਗੀ ਆ ਉਹ ਟ੍ਰੀਟੀ ਹੋ ਗਈ ਆ। ਉਹਦੇ ਵਿੱਚ ਕੁਛ ਇੱਕ ਇਹਨਾਂ ਨੇ ਐਕਸੈਪਸ਼ਨਸ ਰੱਖੀਆਂ ਹੈਗੀਆਂ, ਜਿਹੜਾ ਬੰਦਾ ਲੀਗਲ ਤਰੀਕੇ ਨਾਲ ਆਉਂਦਾ ਜਾਂ ਜਿਹੜੇ ਬੰਦੇ ਦੀ ਇੱਥੇ ਫੈਮਿਲੀ ਆਲਰੇਡੀ ਹੈਗੀ ਆ, ਫੈਮਿਲੀ ਯੂਨਿਟੀ ਦੀ ਐਕਸੈਪਸ਼ਨ ਕਈ ਵਾਰੀ ਉਹ ਦੇ ਸਕਦੇ ਆ। ਠੀਕ ਹੈ। ਜਿਹੜਾ ਸਟੂਡੈਂਟ ਆ ਨਾ ਉੱਥੇ ਕਿ ਮੈਂ ਦੁਖੀ ਆ ਗਿਆ ਕੈਨੇਡਾ ਤੋਂ, ਮੈਂ ਤਾਂ ਮੇਰਾ ਸੱਜਣ ਮਿੱਤਰ ਤਾਂ ਉੱਥੇ ਗੱਡੀ 'ਚ ਘੁੰਮਦਾ ਅਮਰੀਕਾ, ਤਾਂ ਮੈਂ ਵੀ ਆਪਣਾ ਜਿਹੜਾ ਇੱਥੋਂ ਸਟੂਡੈਂਟ ਛੱਡ ਕੇ ਜਿਹੜਾ ਅਮਰੀਕਾ ਚੱਲ ਜਾਵਾਂ, ਇਹਨਾਂ ਦੇ ਨਾਲ ਰਵਾਂ ਜਾ ਕੇ, ਉਹ ਚੀਜ਼ ਨਹੀਂ ਕਰਨੀ। ਜਿੰਨੀ ਮਰਜ਼ੀ ਤੁਹਾਨੂੰ ਖਿੱਚ ਪਾਉਣ ਸੱਜਣ ਮਿੱਤਰ, ਆਪਣਾ ਉੱਥੇ ਖਰਾਬ ਕਰਕੇ ਨਹੀਂ ਆਉਣਾ। ਉੱਥੇ ਜੋ ਵੀ ਤੁਹਾਡੀ LIM ਜੋ ਵੀ ਉਹ ਹੈਗਾ, ਜਿਹੜੀ ਵੀ ਚੀਜ਼ ਉੱਥੇ ਤੁਹਾਨੂੰ PR ਦਵਾਉਂਦੀ ਨਾ ਕੈਨੇਡਾ ਦੇ ਵਿੱਚ, ਤੁਸੀਂ PR ਲੈ ਕੇ ਆਣੀ ਆ। ਸੱਜਣ ਮਿੱਤਰਾਂ ਦੇ ਨਹੀਂ ਕਿਸੇ ਆਖੇ ਲੱਗਣਾ ਕਿ ਕੈਨੇਡਾ ਬਹੁਤ ਗੰਦ ਪੈ ਗਿਆ, ਏਦਾਂ ਹੋ ਗਿਆ, ਏਦਾਂ ਹੋ ਗਿਆ। ਸੋ ਆਹ ਚੀਜ਼ਾਂ ਨਾ ਬਹੁਤ ਜ਼ਿਆਦਾ ਲੋਕੀ ਟੱਪ ਕੇ ਆ ਜਾਂਦੇ ਆ, ਫਿਰ ਸਾਨੂੰ ਕਾਲ ਕਰਦੇ ਆ, ਤੇ ਫਿਰ ਉਹੀ ਕਿ ਜਦੋਂ ਸਾਨੂੰ ਫੋਨ ਲਾ ਕੇ ਪੁੱਛਦੇ ਆ, ਸੋ ਆਪਾਂ ਉਹ ਵਕੀਲਾਂ ਚੋਂ ਨਹੀਂ ਤੁਹਾਨੂੰ ਕਹਿਣਾ ਕੋਈ ਨਹੀਂ ਲਿਆਓ ਮੇਰੇ ਕੋਲ ਸਾਰਾ ਹੋ ਜਾਣਾ ਸਾਰਾ ਨਾ। ਉਹਨੂੰ ਸੱਚ ਦੱਸਣਾ ਯਾਰ ਤੇਰਾ ਨਾ ਹੁਣ ਪੰਗਾ ਪੈ ਗਿਆ ਏਦਾਂ। ਉਹ ਕਹਿੰਦਾ ਯਾਰ ਮੈਨੂੰ ਤਾਂ ਦੱਸਿਆ ਹੀ ਨਹੀਂ ਕਿਸੇ ਨੇ, ਭਾਜੀ ਕੋਈ ਤਰੀਕਾ ਕੱਢੋ, ਕੋਈ ਹੱਲ ਕੱਢੋ, ਮੈਨੂੰ ਪਤਾ ਹੱਲ ਕੱਢ ਲੈਣਾ। ਹੱਲ ਯਾਰ ਕਿੱਥੋਂ, ਟ੍ਰੀਟੀ ਦੇ ਖਿਲਾਫ ਜਾ ਕੇ ਤੁਹਾਨੂੰ ਹੱਲ ਕੱਢ ਲੈਣਾ ਵਕੀਲ ਨੇ। ਸੋ ਕੈਨੇਡਾ ਦੇ ਆਪਣੇ ਪੇਪਰ ਖਰਾਬ ਨਹੀਂ ਕਰਨੇ, ਜਿਹੜੇ ਤੁਸੀਂ ਸੁਣ ਰਹੇ ਆ ਸਾਰੇ, ਉਹਨਾਂ ਨੂੰ ਇਹੀ ਦੱਸਣਾ ਕਿ ਉਰੇ ਨਹੀਂ ਆਉਣਾ, PR ਉੱਥੇ ਕਰਨੀ ਹੈ, ਸਿਟੀਜ਼ਨ ਬਣ ਕੇ ਫਿਰ ਤੁਹਾਡੀਆਂ ਆਪਸ਼ਨਾਂ ਖੁੱਲਣੀਆਂ, ਤੇ ਉਹੀ ਤਰੀਕੇ ਨਾਲ ਆਉਣਾ। ਬਿਲਕੁਲ। ਸੋ ਕਿਸੇ ਦੇ ਆਖੇ ਲੱਗੇ ਤੁਸੀਂ ਆ ਤਾਂ ਜਾਂਦੇ ਆ, ਬਾਅਦ ਇਵੈਂਚੁਅਲੀ ਭਾਈ ਉਦੋਂ ਮਹੀਨਾ ਸਾਂਭ ਤੋਂ 2 ਮਹੀਨੇ ਉਹਨਾਂ ਨੇ ਕਹਿਣਾ ਵੀ ਚੱਲ ਭਾਈ ਹੁਣ ਆਪੋ ਆਪਣੇ ਰਾਹ। ਉਹ ਜ਼ਿਆਦਾ ਚਿਰ ਨਹੀਂ ਜਿਹੜੀ ਉਹ ਚੀਜ਼ ਚੱਲਦੀ। ਆਓ ਜੀ ਸਦਕੇ ਆਓ, ਪੇਪਰ ਜਿੱਥੇ ਦੇ ਤੁਹਾਡੇ ਹੈਗੇ ਉਹ ਖਰਾਬ ਨਾ ਕਰੋ। ਉਹ ਬੜੇ ਔਖੇ ਬਣਦੇ, ਸਭ ਨੂੰ ਹੀ ਪਤਾ ਆ। ਇੱਥੇ ਕਿਹੜਾ ਸੌਖੇ ਬਣ ਜਾਣੇ ਆ, ਇਹ ਵੀ ਸਭ ਨੂੰ ਪਤਾ ਆ। ਜੇ ਜੀ ਉੱਥੇ ਇੰਨਾ ਔਖਾ ਕੰਮ ਹੋ ਰਿਹਾ ਆ ਤੇ ਫਿਰ ਇੱਥੇ ਵੀ ਓਨਾ ਹੀ ਔਖਾ ਹੋਣਾ ਨਾ। ਅਸੀਂ ਜੀ ਇਹ ਨਹੀਂ ਕਹਿੰਦੇ ਵੀ ਭਾਈ ਤੁਸੀਂ ਆਓ ਨਾ, ਆਓ ਜੀ ਸਦਕੇ ਆਓ, ਪਰ ਇਹ ਆ ਵੀ ਆਪਣੇ ਬਾਕੀ ਜਿਹੜੇ ਪੇਪਰ ਆ ਉਹਨਾਂ ਨੂੰ ਖਰਾਬ ਨਾ ਕਰੋ ਇਸ ਚੀਜ਼ ਦੇ ਜਿਹੜੇ ਉਹ ਚੱਕਰ ਦੇ ਵਿੱਚ। ਸਾਲ ਜੇ ਤੁਹਾਨੂੰ ਲੱਗਦਾ ਵੀ ਉਹ ਕਰਕੇ ਤੇ ਉਹ 'ਚ ਵੀ 10 ਸਾਲ ਲੱਗਣੇ ਆ, ਤੇ ਇਹਦੇ ਵਿੱਚ ਵੀ ਜਿਹੜੇ ਉਹ ਤੁਹਾਨੂੰ ਹੋ ਸਕਦਾ ਇਹ ਤੋਂ ਘੱਟ ਸਾਲਾਂ ਦੇ ਵਿੱਚ ਜਿਹੜੀ ਉਹ ਗੱਲ ਬਣ ਜਾਵੇ।